ਨਮਸਕਾਰ ਦੋਸਤੋ, ਅੱਜ ਜਿਹੜੀ ਭਰਤੀ ਦੀ ਆਪਾਂ ਗੱਲ ਕਰਨ ਵਾਲੇ ਹਾਂ ਉਹ ਹੈਗੀ ਹੈ ਜੀ ਸਿਕਿਉਰਿਟੀ ਆਫਿਸਰ ਦੀ ਭਰਤੀ। ਬਹੁਤ ਹੀ ਇੰਪੋਰਟੈਂਟ ਭਰਤੀ ਹੈ। ਇਹਦੇ ਬਾਰੇ ਬਹੁਤ ਹੀ ਡਿਟੇਲ ਨਾਲ ਮੈਂ ਤੁਹਾਨੂੰ ਦੱਸਣ ਵਾਲਾ ਹੈ। ਸਾਰੀਆਂ ਗੱਲਾਂ ਧਿਆਨ ਨਾਲ ਸੁਣਿਓ। ਤਾਂ ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡੈਜ਼ਿਗਨੇਸ਼ਨ ਦੱਸਦਾ। ਇਹਦੀ ਡੈਜ਼ਿਗਨੇਸ਼ਨ ਦਾ ਮਤਲਬ ਹੈ ਕਿ ਕਿਹੜੀ ਪੋਸਟ ਹੈ। ਤਾਂ ਸਿਕਿਉਰਿਟੀ ਆਫਿਸਰ ਦੀ ਪੋਸਟ ਹੈ। ਇਹਨੂੰ ਆਲ ਇੰਡੀਆ ਪੋਸਟ ਹੈ ਐਂਡ ਇਹਨੂੰ ਸਾਰੇ ਅਪਲਾਈ ਕਰ ਸਕਦੇ ਆ, ਚਾਹੇ ਉਹ ਮੇਲ ਹੈ ਫੀਮੇਲ ਹੈ। ਐਕਸ ਸਰਵਿਸਮੈਨ ਤਾਂ ਡੈਫੀਨੇਟਲੀ ਇਹਨੂੰ ਅਪਲਾਈ ਕਰਨ, ਕਿਉਂਕਿ ਸਿਕਿਉਰਿਟੀ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਰਿਹਾ ਹੈ ਦੇਸ਼ ਦਾ, ਉਹ ਦੇਸ਼ ਦੇ ਵਿੱਚ ਉਹ ਸਾਰਾ ਐਕਸ ਸਰਵਿਸਮੈਨ ਦਾ ਹੀ ਰਿਹਾ ਹੈ। ਤਾਂ ਸਾਬਕਾ ਫੌਜੀ ਜਿਹਨੇ ਸੁਣ ਰਹੇ ਉਹ ਸਾਰੇ ਜ਼ਰੂਰ ਅਪਲਾਈ ਕਰੋ। ਐਪਲੀਕੇਸ਼ਨ ਫੀਸ ਦੀ ਗੱਲ ਕਰਨ ਲੱਗਾ ਮੈਂ ਤੁਹਾਡੇ ਨਾਲ ਕਿ ਫੀਸ ਕਿੰਨੀ ਤੁਹਾਨੂੰ ਦੇਣੀ ਪਏਗੀ। ਤੋ ਜੇ ਤਾਂ ਤੁਹਾਡੀ ਕੈਟਾਗਰੀ ਜਨਰਲ ਹੈ, OBC ਹੈ ਜਾਂ ਫਿਰ ਇਕਨੋਮਿਕਲੀ ਵੀਕਰ ਸੈਕਸ਼ਨ ਹੈ, ਤਾਂ ਤੁਹਾਨੂੰ ਸਿਰਫ 100 ਰੁਪਏ ਦੀ ਸਰਕਾਰੀ ਸ਼ੁਲਕ ਦੇਣਾ ਪਏਗਾ। ਫੀਸ ਪੇ ਕਰਨ ਦਾ ਤਰੀਕਾ ਜਿਹੜਾ ਉਹ ਔਨਲਾਈਨ ਹੈ। ਹਾਲਾਂਕਿ ਫਾਰਮ ਇਹਦਾ ਆਫਲਾਈਨ ਹੈ, ਲੇਕਿਨ ਜਿਹੜੀ ਫੀਸ ਤੁਸੀਂ ਪੇ ਕਰਨੀ ਹੈ ਉਹ ਔਨਲਾਈਨ ਪੇ ਕਰਨੀ ਹੈ। ਐਂਡ ਇਹ ਨੀਚੇ ਲਿੰਕ ਦਿੱਤਾ ਹੈ ਜਿਹੜਾ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਇਹੀ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਪਾਇਆ ਵਾ, ਆਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ। ਇੱਥੇ ਜਾ ਕੇ ਤੁਸੀਂ ਡਿਜੀਟਲ ਪੇਮੈਂਟ ਕਰਨੀ ਹੈ ਆਪਣੀ 100 ਰੁਪਏ ਦੀ। ਲੇਕਿਨ ਜੇ ਤੁਸੀਂ SC ਹੋ, ST ਹੋ, ਲੜਕੀ ਹੋ, ਫੀਮੇਲ ਹੋ, ਐਕਸ ਸਰਵਿਸਮੈਨ ਹੋ, ਤਾਂ ਤੁਹਾਨੂੰ ਕੋਈ ਵੀ ਫੀਸ ਜਿਹੜੀ ਹੈ ਸਰਕਾਰੀ ਉਹ ਨਹੀਂ ਦੇਣੀ ਪਏਗੀ। ਬਿਨਾਂ ਫੀਸ ਤੋਂ ਹੀ ਤੁਸੀਂ ਐਪਲੀਕੇਸ਼ਨ ਜਿਹੜੀ ਹੈ ਉਹ ਸਬਮਿਟ ਕਰਨੀ ਹੈ। ਠੀਕ ਹੈ। ਐਪਲੀਕੇਸ਼ਨ ਫੀਸ ਪੇ ਕਰਨ ਦਾ ਸਿਰਫ ਇੱਕ ਤਰੀਕਾ ਹੈ, ਉਹ ਔਨਲਾਈਨ ਹੈ ਐਂਡ ਉਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ 'ਚ ਮੈਂ ਦੇ ਦਿੱਤਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਏਜ ਲਿਮਿਟ ਦੀ, ਕਿ ਸਿਕਿਉਰਿਟੀ ਆਫਿਸਰ ਬਣਨ ਲਈ ਤੁਹਾਨੂੰ ਕਿੰਨੀ ਉਮਰ ਤੁਹਾਡੀ ਹੋਣੀ ਚਾਹੀਦੀ ਹੈ। ਤੋ ਜੋ ਜਨਰਲ ਕਾਸਟ ਵਾਲੇ ਨੇ ਉਹਨਾਂ ਦੀ 35 ਸਾਲ। ਇਸ ਵਾਰੀ ਹੈਰਾਨੀ ਦੀ ਗੱਲ ਇਹ ਕਿ OBC ਦੀ ਵੀ 35 ਸਾਲ ਅਤੇ SC ਦੀ ਵੀ 35 ਸਾਲ, ਤਿੰਨਾਂ ਦੀ 35 ਸਾਲ ਹੀ ਹੈ। ਲੇਕਿਨ ਐਕਸ ਸਰਵਿਸਮੈਨ ਬਿਲਕੁਲ ਫਿਕਰ ਨਾ ਕਰਨ। ਐਕਸ ਸਰਵਿਸਮੈਨ ਅਗਰ 60 ਸਾਲ ਤੋਂ ਨੀਚੇ ਹਨ ਤਾਂ ਐਕਸ ਸਰਵਿਸਮੈਨ ਇਸ ਜੋਬ ਨੂੰ ਭਰ ਸਕਦੇ ਹਨ। ਸਿਰਫ 60 ਸਾਲ ਤੋਂ ਥੱਲੇ ਹੋਣੇ ਚਾਹੀਦੇ ਹੋ ਤੁਸੀਂ, ਇਹੀ ਇੱਕ ਉਹਨਾਂ ਦੀ ਕੰਡੀਸ਼ਨ ਹੈ। ਠੀਕ ਹੈ। ਇਸ ਵਾਰੀ ਵੈਸੇ ਉਹਨਾਂ ਨੇ ਜਿਹੜੀ ਕੰਡੀਸ਼ਨ ਦਿੱਤੀ ਹੈ ਉਹ 'ਚ ਇਹ ਨਹੀਂ ਲਿਖਿਆ ਕਿ 60 ਸਾਲ ਤੋਂ ਥੱਲੇ ਹੋਣੇ ਚਾਹੀਦੇ, ਉਹ 'ਚ ਇਹ ਲਿਖਿਆ ਹੈ ਕਿ ਤੁਸੀਂ ਆਪਣੀ ਅਸਲੀ ਉਮਰ ਜਿੰਨੀ ਵੀ ਹੈਗੀ ਆ ਉਹਦੇ ਵਿੱਚੋਂ ਆਪਣੇ ਸਰਵਿਸ ਈਅਰ ਮਾਈਨਸ ਕਰ ਦਿਓ। ਸਰਵਿਸ ਈਅਰ ਮਾਈਨਸ ਕਰੋਗੇ ਅਤੇ ਜੇ ਤੁਹਾਡਾ ਜਿਹੜਾ ਆਨਸਰ ਹੈ ਉਹ 35 ਸਾਲ ਤੋਂ ਘੱਟ ਆ ਜਾਂਦਾ ਹੈ ਤਾਂ ਫਿਰ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ। ਨੈਕਸਟ ਆ ਗਿਆ ਜੀ ਪੇ ਸਕੇਲ। ਇਹ ਵੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਇਹਨਾਂ ਨੇ ਜਿਹੜੀ ਜੋਬ ਆਫਰ ਕੀਤੀ ਹੈ ਇਸ ਵਾਰ ਉਹ ਪੱਕੀ ਹੈ। ਮਤਲਬ ਵਿੱਚ ਕੋਈ ਠੇਕੇ 'ਤੇ ਨਹੀਂ, ਕੋਈ ਕੁਛ ਨਹੀਂ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਬਿਲਕੁਲ ਪੱਕੀ ਜੋਬ ਹੈ। ਐਂਡ ਜੋ ਪੇ ਸਕੇਲ ਹੈ ਉਹ ਲੈਵਲ 7 ਦਾ ਪੇ ਸਕੇਲ ਹੈ। 44,900 ਤੋਂ ਲੈ ਕੇ 1,42,400 ਤੱਕ। ਠੀਕ ਹੈ ਜੀ। ਮਤਲਬ ਇਹਦੇ ਵਿੱਚ ਸੈਲਰੀ ਹੋਏਗੀ। ਸਟਾਰਟਿੰਗ ਸੈਲਰੀ ਕਿੰਨੀ ਹੋਏਗੀ ਉਹ ਮੈਂ ਤੁਹਾਨੂੰ ਦੱਸਦਾ ਯਾਰ। ਦੇਖੋ ਟੋਟਲ ਇਮਲਸ਼ਨ ਦੇ ਵਿੱਚ ਆਉਂਦਾ ਹੈ ਕਿ ਸਟਾਰਟਿੰਗ ਸੈਲਰੀ ਕਿੰਨੀ ਹੋਏਗੀ ਤੁਹਾਡੀ। ਤਾਂ ਸਟਾਰਟਿੰਗ ਸੈਲਰੀ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਤੁਹਾਨੂੰ। ਤੁਹਾਡਾ ਸਾਰਾ ਕੁਛ ਮਿਲਾ ਕੇ, ਜੋ ਵੀ ਬੇਸਿਕ ਹੈ, DA ਵਗੈਰਾ ਸਭ ਕੁਛ ਮਿਲਾ ਕੇ ਸਟਾਰਟਿੰਗ ਸੈਲਰੀ ਤੁਹਾਡੀ 61,000 ਤੇ 117 ਰੁਪਏ ਬਣਦੀ ਹੈ। ਕੈਲਕੂਲੇਟ ਕੀਤੀ ਗਈ ਆਫੀਸ਼ੀਅਲ ਵੈਬਸਾਈਟ 'ਤੇ ਵੀ ਇਹਦਾ ਇਹਦਾ ਜੋ ਨੋਟੀਫਿਕੇਸ਼ਨ ਹੈ ਉਹਦਾ ਮੈਂ ਲਿੰਕ ਪਾਇਆ ਡਿਸਕ੍ਰਿਪਸ਼ਨ ਬਾਕਸ 'ਚ, ਉੱਥੋਂ ਵੀ ਤੁਸੀਂ ਦੇਖ ਸਕਦੇ ਹੋ। ਨੋਟੀਫਿਕੇਸ਼ਨ 'ਚ ਵੀ ਇਹੀ ਚੀਜ਼ਾਂ ਲਿਖੀਆਂ ਜੋ ਮੈਂ ਤੁਹਾਨੂੰ ਦੱਸ ਰਿਹਾ। ਠੀਕ ਹੈ। 61,117 ਰੁਪਏ ਜਿਹੜਾ ਵਾ ਉਹ ਤੁਸੀਂ ਟੋਟਲ ਜਿਹੜੀ ਹੈ ਸੈਲਰੀ ਉਹ ਲਓਗੇ। ਇਸ ਤੋਂ ਬਾਅਦ ਆ ਗਈਆਂ ਰਿਸਪੌਂਸੀਬਿਲਿਟੀਜ਼। ਹੁਣ ਧਿਆਨ ਨਾਲ ਸੁਣੋ ਕਿ ਸਿਕਿਉਰਿਟੀ ਅਫਸਰ ਬਣਨ ਤੋਂ ਬਾਅਦ ਤੁਹਾਨੂੰ ਕਿਹੜੀਆਂ ਰਿਸਪੌਂਸੀਬਿਲਿਟੀ ਸਾਹਮਣੀਆਂ ਪੈਣਗੀਆਂ। ਸਭ ਤੋਂ ਪਹਿਲਾਂ ਜਿੰਨੇ ਵੀ ਉਹਨਾਂ ਦੇ ਐਸਪੈਕਟਸ ਹੈਗੇ ਨੇ, ਠੀਕ ਹੈ, ਸਿਕਿਉਰਿਟੀ ਅਤੇ ਸੇਫਟੀ, ਜੋ ਵੀ ਉਹਨਾਂ ਦੀ ਪ੍ਰੋਪਰਟੀ ਹੈ ਜਿੱਥੇ ਵੀ ਤੁਹਾਨੂੰ ਪਲੇਸ ਕੀਤਾ ਜਾਏਗਾ, ਉਹਦੀ ਜੋ ਵੀ ਪ੍ਰੋਪਰਟੀ ਹੈ ਸਾਰਿਆਂ ਦੀ ਸੁਪਰਵਿਜ਼ਨ ਕਰਨੀ ਹੈ। ਤੁਸੀਂ ਧਿਆਨ ਰੱਖਣਾ ਹੈ ਕਿ ਕੋਈ ਵੀ ਪ੍ਰੋਪਰਟੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ। ਦੂਸਰਾ ਹੈ ਜੀ ਪ੍ਰੋਪਰ ਮੇਨਟੇਨੈਂਸ ਆਫ ਆਲ ਦਾ ਰਿਕਾਰਡਸ। ਠੀਕ ਹੈ। ਜਿੰਨੇ ਵੀ ਰਿਕਾਰਡਸ ਨੇ, ਜੋ ਵੀ ਡਾਟਾ ਹੈ ਉੱਥੇ ਸਾਰਾ ਸੰਭਾਲਣਾ ਹੈ ਤੁਸੀਂ। ਕੋਈ ਕੰਪਿਊਟਰ ਦਾ ਕੰਮ ਨਹੀਂ ਹੈ, ਕੋਈ ਕੰਪਿਊਟਰ 'ਤੇ ਬੈਠ ਕੇ ਕਰਨ ਵਾਲਾ ਕੰਮ ਨਹੀਂ ਹੈ। ਐਜ਼ ਅ ਸਿਕਿਉਰਿਟੀ ਆਫਿਸਰ ਤੁਸੀਂ ਕੰਮ ਕਰੋਗੇ। ਇਸ ਤੋਂ ਇਲਾਵਾ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਮਿਲਣ ਲਈ ਆਉਣਗੇ ਉਹਨਾਂ ਨੂੰ ਵੀ ਤੁਸੀਂ ਹੈਂਡਲ ਕਰਨਾ ਹੈ। ਠੀਕ ਹੈ। ਸਿਕਿਉਰਿਟੀ ਕੈਮਰਾਜ਼ ਲੱਗੇ ਹੋਣਗੇ, ਉਹਨਾਂ ਦੀ ਮੇਨਟੇਨੈਂਸ ਕਰਨੀ ਹੈ। ਸਿਕਿਉਰਿਟੀ ਕੈਮਰਾ ਜਿਹੜੇ ਆ ਤੁਸੀਂ ਧਿਆਨ ਰੱਖਣਾ ਹੈ ਕਿ ਸਾਰੇ ਚੱਲ ਰਹੇ ਆ ਜਾਂ ਨਹੀਂ ਚੱਲ ਰਹੇ। ਠੀਕ ਹੈ। ਉਸ ਤੋਂ ਬਾਅਦ ਤੁਹਾਡੀ 24/7 ਅਵੇਲੇਬਿਲਿਟੀ ਚਾਹੀਦੀ ਹੈ। ਠੀਕ ਹੈ ਜੀ। ਕਿ 24 ਘੰਟੇ ਤੁਸੀਂ ਉਪਲਬਧ ਹੋਣੇ ਚਾਹੀਦੇ ਹੋ। ਇਹਦੀ ਕੋਈ ਪਰਟੀਕੂਲਰ ਟਾਈਮਿੰਗ ਨਹੀਂ ਹੈ ਕਿ ਇੰਨੇ ਤੋਂ ਇੰਨੇ, ਜਦੋਂ ਵੀ ਤੁਹਾਡੀ ਲੋੜ ਪਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਏਗਾ। ਠੀਕ ਹੈ ਜੀ। ਐਮਰਜੈਂਸੀ 'ਚ ਹਰ ਟਾਈਮ ਤੁਸੀਂ ਅਵੇਲੇਬਲ ਹੋਣੇ ਚਾਹੀਦੇ ਹੋ। ਇਸ ਤੋਂ ਇਲਾਵਾ ਜੇ ਕੋਈ ਚੋਰੀ ਹੁੰਦੀ ਹੈ, ਐਕਸੀਡੈਂਟ ਹੁੰਦਾ ਹੈ, ਠੀਕ ਹੈ, ਉਹਦੀ ਇਨਵੈਸਟੀਗੇਸ਼ਨ ਵੀ ਤੁਸੀਂ ਕਰੋਗੇ ਐਜ਼ ਅ ਸਿਕਿਉਰਿਟੀ ਆਫਿਸਰ। ਐਂਡ ਬਾਕੀ ਵੀ ਤੁਹਾਨੂੰ ਡਿਊਟੀਜ਼ ਜਿਹੜੀਆਂ ਟਾਈਮ ਟੂ ਟਾਈਮ ਉਹ ਦਿੰਦੇ ਰਹਿਣਗੇ, ਉਹ ਤੁਸੀਂ ਪੂਰੀਆਂ ਆਪਣੀਆਂ ਕਰਨੀਆਂ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਕਿਹੜੀ ਫੈਸਿਲਿਟੀ ਇਹ ਡਿਪਾਰਟਮੈਂਟ ਤੁਹਾਨੂੰ ਦੇ ਰਿਹਾ। ਤਾਂ DA ਦੇ ਰਿਹਾ ਤੁਹਾਨੂੰ। ਠੀਕ ਹੈ ਜੀ। ਡੀਅਰ ਅਲਾਉਂਸ ਇਹਨੂੰ ਬੋਲਦੇ ਆ। DA HRA ਦੇ ਰਿਹਾ ਹੈ। ਠੀਕ ਹੈ। TA ਦੇ ਰਿਹਾ ਹੈ, ਕੀ ਬੋਲਦੇ ਇਹਨੂੰ। ਠੀਕ ਹੈ। ਐਂਡ ਨਾਲ ਦੀ ਨਾਲ ਤੁਹਾਨੂੰ ਸਟਾਫ ਕੁਆਟਰ ਵੀ ਮਿਲੇਗਾ। ਜੇ ਤੁਹਾਨੂੰ ਰਹਿਣ 'ਚ ਕੋਈ ਪਰੇਸ਼ਾਨੀ ਹੈ, ਘਰ ਨਹੀਂ ਹੈਗਾ, ਤਾਂ ਤੁਹਾਨੂੰ ਸਟਾਫ ਕੁਆਟਰ ਵੀ ਦਿੱਤਾ ਜਾਏਗਾ। ਐਂਡ ਲਾਸਟ 'ਤੇ ਚਾਹੇ ਤੁਸੀਂ ਐਕਸ ਸਰਵਿਸਮੈਨ ਹੋ ਚਾਹੇ ਕੁਛ ਵੀ, ਤੁਹਾਨੂੰ ਪੈਨਸ਼ਨ ਦੀ ਸਹੂਲਤ ਵੀ ਇਸ ਡਿਪਾਰਟਮੈਂਟ ਵੱਲੋਂ ਮਿਲੇਗੀ। ਠੀਕ ਹੈ ਜੀ। ਇਹ ਫੈਸਿਲਿਟੀ ਸੀਗੀਆਂ। ਨੈਕਸਟ ਆ ਗਿਆ ਤੁਹਾਡਾ ਮੋਡ ਆਫ ਸਿਲੈਕਸ਼ਨ, ਕਿ ਅਗਰ ਤੁਸੀਂ ਸਿਲੈਕਟ ਹੋਣਾ ਹੈ ਤਾਂ ਕਿਹੜੇ ਟੈਸਟਾਂ 'ਚੋਂ ਤੁਹਾਨੂੰ ਪਾਸ ਹੋਣਾ ਪਏਗਾ। ਤਾਂ ਸਭ ਤੋਂ ਪਹਿਲਾਂ ਤੁਹਾਡਾ ਹੋਏਗਾ ਜੀ ਫਿਜ਼ੀਕਲ ਟੈਸਟ, ਫਿਰ ਹੋਏਗਾ ਤੁਹਾਡਾ ਪਰਸਨੈਲਿਟੀ ਟੈਸਟ, ਰਿਟਨ ਟੈਸਟ, ਐਂਡ ਫਾਈਨਲੀ ਮੈਰਿਟ ਲਿਸਟ ਬਣੇਗੀ। ਇਹਦੇ ਬਾਰੇ ਜਿਹੜਾ ਆਪਾਂ ਡਿਟੇਲ 'ਚ ਗੱਲ ਕਰ ਲਈਏ
तो सब तो पहला तो फिजिकल स्टैंडर्ड टैसट की गल कर लैंने इत्थे सिर्फ तुहाडी हाइट मैजर होनी है तो एक चैसट मैजर होनी, दो ही चीज़ां होनियां। हाइट की गल करिए तो मेल वास्ते 167 सेंटीमीटर रखी गई है। 167 सेंटीमीटर तो छोटे ਜਿਹੜੇ ਬੱਚੇ ਆ, ਛੋਟੇ मतलब कि हाइट वाइज छोटे ਜਿਹੜੇ ਲੋਕ ਆ ਉਹ ਅਪਲਾਈ ਨਾ ਕਰਨ। एंड फीमेल ਦੀ 157 सेंटीमीटर रखी गई है। ठीक है जी, ये हाइट होगी। अगर तुसी हिली एरिया तो बिलोंग करते हो, बर्फीले पहाड़ों नाल बिलोंग करते हो तो 165 सेंटीमीटर एंड शेड्यूल ट्राइब्स कैटेगरी वास्ते 162 सेंटीमीटर है। इस तो बाद आप गल करांगे चैसट की। फीमेल तो ये लागू नहीं होंदा, लेकिन जो मेल ने उन्होंने 80 सेंटीमीटर चैसट होनी चाहिए है बिना फैलाए एंड 85 सेंटीमीटर होनी चाहिए है फैला के। ठीक है जी, ये तुहाडा जो चैसट रिक्वायरमेंट है वो है। उस तो बाद तुहाडा PET आइंदा यानी फिजिकल एफिशिएंसी टैसट। ये काफ़ी कुछ होएगा। पहला मैं जरा मेल बारे दसदा, फिर मैं फीमेल बारे दस दिना वा। सब तो पहला जिन्ने लड़के सुन रहे हैं या एक्सरसाइजमैन सुन रहे हैं, 1600 मीटर की दौड़ होएगी तुहाडी जो तुहानूं 6 मिनट ते 30 सकिंट दे विच कड्ढनी पएगी। ठीक है जी। इस तो इलावा तुहाडा लॉन्ग जंप होएगा जो कि होएगा 3.65 मीटर का लॉन्ग जंप होएगा। इहदे लई तुहानूं 3 चांस दिते जाणगे, घट्टो घट्ट एक चांस दे विच तुसीं पूरा करना है। इस तो इलावा तुहानूं 6 चिनअप्स करने पैणगे। ठीक है जी, 12 पुशअप्स करने पैणगे एंड 10 सिटअप्स यानी उठक बैठक जिन्हों आप कह दें वो करने पैणगे। ये सी मेल दी कंडीशनस। फीमेल की गल करिए तो फीमेल की दौड़ होएगी नो डाउट, लेकिन वो होएगी सिर्फ 800 मीटर। ठीक है, 1600 मीटर नहीं होएगी, 800 मीटर होएगी एंड वो 800 मीटर तुहानूं 4 मिनट च पूरी करनी पएगी। इस तो इलावा सिटअप्स कुड़ियां नूं करके दिखाने पैणगे, 10 सिटअप्स करके दिखाने पैणगे। ठीक है, तो लॉन्ग जंप भी ला के दिखाना पएगा 2.70 मीटर का। यानी तुसीं फिजिकली पूरे तरीके नाल फिट होने चाहिए हो। नैक्सट आ गया तुहाडा रिटन टैसट। जिहड़ा भी बच्चा इन्हां दोनों टैसटां नूं पास कर जाता है उहदा रिटन टैसट लिया जाएगा। रिटन टैसट दी कुछ कंडीशनस ने जो बहुत ही ध्यान नाल सुनो। ਇਹਦੇ ਵਿੱਚ ਤੁਹਾਡੇ 2 पेपर होने हैं, पेपर 1 ਤੇ पेपर 2। पेपर बहुत ही ईजी होंगे। ठीक है जी। पहले पेपर की गल करिए तो OMR शीट के उपर होएगा यानी कि ऑब्जैक्टिव टाइप होएगा। दूजे पेपर की गल करिए वो सबजैक्टिव टाइप होएगा, पेपर पेन एंड पेपर बेस पेपर होएगा। पहले पेपर 'ਚ ਤੁਸੀਂ ਘੱਟੋ ਘੱਟ 30 नंबर ਲੈਣੇ ਆ 100 ਚੋਂ ਐਂਡ ਦੂਸਰੇ पेपर 'ਚ ਤੁਸੀਂ 35 नंबर ਲੈਣੇ। ਇਸ ਤੋਂ ਘੱਟ ਨੰਬਰ ਵਾਲੇ ਬੱਚਿਆਂ ਨੂੰ ਅਗਲੇ ਰਾਊਂਡ 'ਚ ਨਹੀਂ ਲਿਜਾਇਆ ਜਾਏਗਾ। ਠੀਕ ਹੈ ਜੀ। ਜੇ ਇਹਨੇ ਆ ਜਾਂਦੇ ਤਾਂ ਤੁਹਾਨੂੰ ਨੈਕਸਟ ਰਾਊਂਡ ਸ਼ਿਫਟ ਕਰ ਦਿੱਤਾ ਜਾਏਗਾ ਜੋ ਕਿ ਮੈਰਿਟ ਲਿਸਟ ਦੇ, ਜਿਹਦੇ ਵਿੱਚ ਕਿ ਮੈਰਿਟ ਲਿਸਟ ਬਣੇਗੀ। ठीक है जी। इस तो इलावा मैं दसदा कि ਇਹਦਾ मीडियम ਜਿਹੜਾ ਵਾ इंग्लिश या हिंदी रहेगा, मतलब दोनों लैंगुएजेस ਦੇ ਵਿੱਚ ਹੀ ਹੋਏਗਾ। पेपर 1 की अगर गल करिए तो ये 100 क्वेश्चन होंगे टोटल मैंटल एबिलिटी के, जिसे 25 रीजनिंग, 25 जनरल नॉलेज, ठीक है, 25 जनरल अवेयरनैस एंड 25 ही मैथ्स के होंगे। तो टोटल मार्क्स भी 100 ही होंगे। लेकिन खुशी की गल ये है कि इस कोई भी नैगेटिव मार्किंग नहीं हैगी, किसी भी तरह की नैगेटिव मार्किंग नहीं है। जो पेपर 2 है तुहानूं कंप्रीहेंशन, रिपोर्ट, सिक्योरिटी रेगूलेशन एंड अवेयरनैस का पेपर जिहड़ा है वो लिया जाएगा। अच्छा जी, इस तो बाद आप गल करते हैं कि प्रोसीजर की है, इनू फॉर्म फिल करने का प्रोसीजर की है। तो मैं तुहानूं दसदा कि एक ऑफलाइन फार्म है। इस फार्म का लिंक मैं डिस्क्रिप्शन बॉक्स ऑलरेडी दे चुका वा। जिहदा भी लिंक नहीं खुलता, वैसे तो तकरीबन सारे का खुल जाना चाहिए है, लेकिन जिहदा भी लिंक नहीं खुलता वो अपना नंबर कमेंट्स बॉक्स के छड्ड जे। ठीक है, उस नंबर के उपर मैं उन्होंने आपे ही एप्लीकेशन फॉर्म जो है वो सेंड कर दाँगा। जे उन लिंक खोलन च परेशानी होंगी, अगर तो लिंक खुल गया फिर तो बहुत वधिया, परेशानी वाले केस के तुसीं अपना नंबर कमेंट सैक्शन च लिख सकते हो। तो वो ऑफलाइन फॉर्म जोड़ा वा वो तुसीं फिल करना वा। ठीक है, ऑफिशियल वैबसाइट का लिंक भी मैं नाल ही दिता होया ताकि तुहानूं कोई परेशानी ना आवे। ठीक है जी। वो एप्लीकेशन फॉर्म किहो जिहा जरा वेख लीए आपां कि एप्लीकेशन फॉर्म किहो जिहा है। तो यह रहा वो एप्लीकेशन फॉर्म। ठीक है, मैं तुहानूं दिखाना वा। ठीक है, यह एप्लीकेशन फॉर्म तुसीं भरना, बहुत ही ईजी जिहा फॉर्म है। मैं दसांगा नहीं किद्दां भरना बिकॉज बहुत ही सौखा है। ठीक है, कैंडीडेट का नेम, फादर नेम, हसबैंड नेम, डेट ऑफ बर्थ है, एड्रैस वगैरह। ठीक है, यह बहुत ही ईजी जिहा फॉर्म है। इत्थे तुसीं अपना लिख सकते हो अपनी क्वालीफिकेशन फरदर। इत्थे लाइक बहुत ही ईजी जिहा फॉर्म है, इन्हूं तुसीं खुद ही भर सकते हो, खुद ही डाउनलोड कर सकते हो। जिन्होंने डाउनलोड करने च कोई परेशानी आ रही है वो सिंपली कैफे चले जान एंड उत्थे एप्लीकेशन फॉर्म जिहड़ा है वो प्रिंट करवा लैन ते अपना फॉर्म फिल कर लैन। इस तो बाद जी किहड़े डॉकूमेंट्स नाल लगाने हैं, तो डॉकूमेंट्स जरा सुन लो। डेट ऑफ बर्थ सर्टिफिकेट लगाना है तुसीं। ठीक है, एजुकेशनल डॉकूमेंट सारे लगाने हैं। ठीक है जी। इस तो अलावा जो कोई एक्सपीरियंस है तो एक्सपीरियंस सर्टिफिकेट भी लगेगा, तुहाडा कास्ट सर्टिफिकेट लगेगा। अगर कोई वूमन विडो या डिवोर्सी है तो वह सर्टिफिकेट भी नाल ही लगेगा। उस तो बाद की हैगा है, सब तो पहला ये कि ये फॉर्म नूं तुसीं डाउनलोड करना है। ठीक है, डाउनलोड करके उन्होंने प्रॉपरली भर के उहदे नाल जिन्ने डॉकूमेंट मैं दस्से आ सारे दी फोटो कॉपियां करा के ते सैल्फ अटैसटेड कॉपीज़ जिहड़ियां वा वो लगा देनियां। सैल्फ अटैसटेड का मतलब तुसीं अपने हत्थां नाल साइन करने उत्ते।
दैन ਜਿਹੜਾ ਇਨਵੈਲਪ ਤੁਸੀਂ ਤਿਆਰ ਕਰਨਾ ਵਾ ਉਸ ਇਨਵੈਲਪ ਦੇ ਉੱਪਰ ਆ ਜ਼ਰੂਰ ਲਿਖਿਆ ਹੋਵੇ ਜੋ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਐਪਲੀਕੇਸ਼ਨ ਫॉर द पोस्ट ऑफ सिक्योरिटी ऑफिसर ਬ੍ਰੈਕਟ 'ਚ ਪੋਸਟ ਕੋਡ SECOFF01 ਇਹ ਲਿਖਿਆ ਹੋਵੇ ਤੇ ਇਹਨੂੰ ਇਹ ਵਾਲੇ ਐਡਰੈਸ ਦੇ ਉੱਪਰ ਜਿਹੜਾ ਐਡਰੈਸ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਵਾ ਠੀਕ ਹੈ ਇਸ ਐਡਰੈਸ ਦੇ ਉੱਪਰ ਜਿਹੜਾ ਵਾ ਉਹ ਤੁਸੀਂ ਸੈਂਡ ਕਰ ਦੇਣਾ ਹੈ ਠੀਕ ਹੈ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ 1 ਮਾਰਚ 2022 ਤੋਂ ਪਹਿਲਾਂ ਉੱਥੇ ਪਹੁੰਚ ਜਾਣੀ ਚਾਹੀਦੀ ਹੈ ਅਦਰਵਾਈਜ਼ ਤੁਹਾਡਾ ਫਾਰਮ ਜਿਹੜਾ ਰਿਜੈਕਟ ਮੰਨਿਆ ਜਾਏਗਾ ਇੰਪੋਰਟੈਂਟ ਡੇਟਸ ਸੌਰੀ ਇਹ ਸੈਕਸ਼ਨ ਸਕਿਪ ਹੋ ਗਿਆ ਸੀ ਤਾਂ ਮੈਂ ਤੁਹਾਨੂੰ ਦੱਸਦਾ ਕਿ 28 ਤਰੀਕ ਨੂੰ ਇਹਦੀ ਭਰਤੀ ਜਿਹੜੀ ਹੈ ਸਟਾਰਟ ਹੋ ਗਈ ਸੀ 28 ਜਨਵਰੀ ਨੂੰ ਐਂਡ ਇਹ 1 ਮਾਰਚ ਤੱਕ ਚੱਲੇਗੀ ਐਂਡ ਫੀਸ ਪੇ ਤੁਸੀਂ ਨਾਲ ਹੀ ਕਰ ਦੇਣੀ ਹੈ ਫੀਸ ਪੇ ਲਈ ਕੋਈ ਐਡੀਸ਼ਨਲ ਟਾਈਮ ਨਹੀਂ ਦਿੱਤਾ ਜਾ ਰਿਹਾ ਜਿਹੜੇ ਵੀ ਲੋਕ ਫੀਸ ਪੇ ਜਿਸ ਤਰ੍ਹਾਂ ਜੇ ਤੁਸੀਂ SC ST ਐਕਸ-ਸਰਵਿਸਮੈਨ ਜਾਂ ਫੀਮੇਲ ਹੋ ਫਿਰ ਤਾਂ ਤੁਸੀਂ ਫੀਸ ਪੇ ਕਰਨੀ ਨਹੀਂ ਆ ਅਗਰ ਤੁਸੀਂ ਜਨਰਲ OBC ਹੈ ਇਕਨੋਮਿਕਲੀ ਵੀਕਰ ਸੈਕਸ਼ਨ ਹੋ 100 ਰੁਪਏ ਦੀ ਫੀਸ ਪੇ ਕਰਕੇ ਉਹਦੀ ਰਸੀਦ ਵੀ ਇਹਨਾਂ ਡਾਕੂਮੈਂਟਸ ਦੇ ਨਾਲ ਲਗਾਉਣੀ ਹੈ ਰਸੀਦ ਦੇ ਉੱਪਰ ਆਪਣੇ ਸਾਈਨ ਕਰਨ ਦੀ ਕੋਈ ਲੋੜ ਨਹੀਂ ਹੈ ਨੈਕਸਟ ਆ ਗਿਆ ਕੁਆਲੀਫਿਕੇਸ਼ਨ ਕਿਉਂਕਿ ਇਹ ਸਿਕਿਉਰਿਟੀ ਆਫਿਸਰ ਦੀ ਜੋਬ ਹੈ ਤਾਂ ਡੈਫੀਨੇਟਲੀ ਗ੍ਰੈਜੂਏਸ਼ਨ ਦੇ ਬੇਸ 'ਤੇ ਹੋਏਗੀ ਗ੍ਰੈਜੂਏਸ਼ਨ ਬੇਸ ਜੋਬ ਹੋਏਗੀ ਐਕਸ-ਸਰਵਿਸਮੈਨ ਬਿਲਕੁਲ ਟੈਨਸ਼ਨ ਲੈਣ ਉਹ ਆਪਣੀ ਆਰਮੀ ਦੀ ਗ੍ਰੈਜੂਏਸ਼ਨ ਦੇ ਬੇਸ 'ਤੇ ਵੀ ਇਹ ਫਾਰਮ ਫਿਲ ਕਰ ਸਕਦੇ ਨੇ ਉਹਨਾਂ ਦਾ ਆਰਮੀ ਦਾ ਐਪਲੀਕੇਸ਼ਨ ਜਿਹੜਾ ਵਾ ਆਪਣਾ ਆਰਮੀ ਦਾ ਗ੍ਰੈਜੂਏਸ਼ਨ ਫਾਰਮ ਜਿਹੜਾ ਹੈ ਉਹ ਪੂਰੇ ਤਰੀਕੇ ਨਾਲ ਵੈਲਿਡ ਹੈ ਨੈਕਸਟ ਆ ਗਈਆਂ ਪੋਸਟਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਪੋਸਟ ਹੀ ਹੈ ਇਹਦੀ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ UR ਲਿਖਿਆ ਯਾਨੀ ਅਨਰਿਜ਼ਰਵਡ ਇਹਦਾ ਮਤਲਬ ਬਹੁਤ ਸਿੰਪਲ ਹੁੰਦਾ ਹੈ ਕਿ ਤੁਸੀਂ ਜੋ ਹੈ ਕੋਈ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋਵੋ ਚਾਹੇ ਐਕਸ-ਸਰਵਿਸਮੈਨ ਹੋਵੋ ਚਾਹੇ ਕੁਛ ਵੀ ਹੋਵੋ ਅਨਰਿਜ਼ਰਵਡ ਦਾ ਮਤਲਬ ਹੁੰਦਾ ਹੈ ਕਿ ਪੋਸਟ ਕਿਸੇ ਲਈ ਰਿਜ਼ਰਵ ਨਹੀਂ ਹੈਗੀ ਸਾਰੇ ਹੀ ਅਪਲਾਈ ਕਰ ਸਕਦੇ ਇਸ ਲਈ ਮੈਂ ਕਿਹਾ ਕਿ ਚਾਹੇ ਤੁਸੀਂ ਮੇਲ ਹੋ ਫੀਮੇਲ ਹੋ ਜਨਰਲ ਹੋ OBC ਹੋ SC ਹੋ ਜਾਂ ਐਕਸ-ਸਰਵਿਸਮੈਨ ਹੋ ਤੁਸੀਂ ਇਹ ਜੋਬ ਜਿਹੜੀ ਆ ਆਰਾਮ ਨਾਲ ਫਿਲ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਬਾਕੀ ਕੰਡੀਸ਼ਨਸ ਦੀ ਐਂਡ ਰਿਕੁਆਇਰਮੈਂਟਸ ਦੀ ਬਾਕੀ ਕੰਡੀਸ਼ਨਸ ਇਹਨਾਂ ਨੇ ਦਿੱਤੀਆਂ ਕਿ ਸਭ ਤੋਂ ਪਹਿਲਾਂ ਤਾਂ ਜੋ 1 ਮਾਰਚ ਤੱਕ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉੱਥੇ ਪਹੁੰਚ ਜਾਣੀ ਚਾਹੀਦੀ ਇਸ ਤੋਂ ਬਾਅਦ ਵਾਲੀ ਐਪਲੀਕੇਸ਼ਨ ਜਿਹੜੀ ਰਿਜੈਕਟ ਹੋ ਜਾਏਗੀ ਠੀਕ ਹੈ ਸੈਕਿੰਡ ਕੰਡੀਸ਼ਨ ਜੋ ਇਹਨਾਂ ਨੇ ਦਿੱਤੀ ਹੈ ਕਿ 10 ਇਅਰਸ ਐਕਸਪੀਰੀਅੰਸ ਜਿਹੜੇ ਵੀ ਐਕਸ-ਸਰਵਿਸਮੈਨ ਇਸ ਫਾਰਮ ਨੂੰ ਅਪਲਾਈ ਕਰਨਾ ਚਾਹੁੰਦੇ ਨੇ 10 ਸਾਲ ਦਾ ਐਕਸਪੀਰੀਅੰਸ ਉਹਨਾਂ ਕੋਲ ਸਿਕਿਉਰਿਟੀ 'ਚ ਹੋਣਾ ਹੀ ਚਾਹੀਦਾ ਜੋ ਕਿ ਅਕਸਰ ਹੁੰਦਾ ਹੀ ਹੈ ਕਿਉਂਕਿ ਓਬਵੀਅਸਲੀ ਤੁਸੀਂ ਫੌਜ 'ਚ 10 ਸਾਲ ਤੋਂ ਵੱਧ ਹੀ ਲਗਾਏ ਹੋਣਗੇ ਇਹ 'ਚ ਵੀ ਕੋਈ ਸ਼ੱਕ ਨਹੀਂ ਆ ਠੀਕ ਹੈ ਥਰਡ ਕੰਡੀਸ਼ਨ ਜਿਹੜੀ ਇਹਨਾਂ ਨੇ ਦਿੱਤੀ ਆ ਉਹ ਇਹ ਕਿ ਐਪਲੀਕੇਸ਼ਨ ਕਿਸੇ ਵੀ ਤਰੀਕੇ ਨਾਲ ਥੋੜ੍ਹੀ ਬਹੁਤੀ ਵੀ ਫਟੀ ਨਹੀਂ ਹੋਣੀ ਚਾਹੀਦੀ ਪ੍ਰੋਪਰ ਹੋਣੀ ਚਾਹੀਦੀ ਆ ਠੀਕ ਹੈ ਬਸ ਇਹੀ 3 ਕੰਡੀਸ਼ਨਸ ਨੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਨਾ ਵਾ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਅਗਰ ਕੋਈ ਪ੍ਰੋਬਲਮ ਹੈ ਅਗਰ ਕੁਛ ਇਸ਼ੂ ਹੈ ਫਾਰਮ ਨਹੀਂ ਡਾਊਨਲੋਡ ਹੋ ਰਿਹਾ ਜਾਂ ਕੁਛ ਵੀ ਪਲੀਜ਼ ਕਮੈਂਟ ਸੈਕਸ਼ਨ 'ਚ ਆਪਣਾ ਕਮੈਂਟ ਕਰ ਦਿਓ ਕਿ ਬਈ ਫਾਰਮ ਨਹੀਂ ਡਾਊਨਲੋਡ ਹੋ ਰਿਹਾ ਤੇ ਇਸ ਨੰਬਰ 'ਤੇ ਭੇਜ ਦਿਓ ਲੋਕ ਇਹ ਕਮੈਂਟ ਕਰ ਦਿੰਦੇ ਨੇ ਕਿ ਫਾਰਮ ਨਹੀਂ ਡਾਊਨਲੋਡ ਹੋ ਰਿਹਾ ਲੇਕਿਨ ਦੱਸਦੇ ਹੈ ਨਹੀਂ ਕਿ ਕਿਹੜੇ ਨੰਬਰ 'ਤੇ ਭੇਜਣਾ ਹੈ ਤਾਂ ਉਹ ਨੰਬਰ ਜ਼ਰੂਰ ਪ੍ਰੋਵਾਈਡ ਕਰ ਦਿਓ ਤਾਂ ਕਿ ਮੈਂ ਉਸ ਨੰਬਰ ਨੂੰ ਠੀਕ ਹੈ ਜੋ ਹੈ ਉਸ ਨੰਬਰ 'ਤੇ ਭੇਜ ਸਕਾਂ ਉਸ ਚੀਜ਼ ਨੂੰ ਠੀਕ ਹੈ ਉਸ ਜੋ ਫਾਰਮ ਹੈ ਅਗਰ ਤੁਹਾਡਾ ਨਹੀਂ ਡਾਊਨਲੋਡ ਹੋ ਰਿਹਾ ਵੈਸੇ ਤਾਂ ਤੁਸੀਂ ਕਿਸੇ ਵੀ ਕੈਫੇ ਜਾਓਗੇ ਤਾਂ ਉਹ ਤੁਹਾਨੂੰ ਫਾਰਮ ਕੱਢ ਦੇਣਗੇ ਵੈਸੇ ਵੀ ਪ੍ਰਿੰਟ ਕਰਾਉਣ ਤੁਸੀਂ ਕੈਫੇ ਜਾਣਾ ਹੀ ਹੁੰਦਾ ਹੈ ਠੀਕ ਹੈ ਤਾਂ ਉਹ ਕੱਢ ਦੇਣਗੇ ਨਹੀਂ ਤਾਂ ਕੋਈ ਇਸ਼ੂ ਨਹੀਂ ਹੈ ਤੁਸੀਂ ਮੈਨੂੰ ਨੰਬਰ ਕਮੈਂਟ ਸੈਕਸ਼ਨ 'ਚ ਦੱਸ ਦਿਓ ਮੈਂ ਤੁਹਾਡੇ ਲਈ ਜੋ ਹੈ ਫਾਰਮ ਜਿਹੜਾ ਉਹ ਭੇਜ ਦੂੰਗਾ ਨਾਲ ਨੋਟੀਫਿਕੇਸ਼ਨ ਵੀ ਭੇਜ ਦੂੰਗਾ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਵਿਜ਼ਿਟ ਕਰਦੇ ਰਹੋ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਤਾਂ ਕਿ ਸਾਰੀ ਨੋਟੀਫਿਕੇਸ਼ਨਸ ਤੁਹਾਨੂੰ ਮਿਲ ਜਾਣ ਬੈਲ ਆਈਕਨਸ ਦਾ ਬਟਨ ਵੀ ਦਬਾ ਲਓ ਤਾਂ ਕਿ ਸਾਰੀਆਂ ਟਾਈਮ 'ਤੇ ਮਿਲ ਜਾਣ ਅੱਜ ਦੀ ਵੀਡੀਓ 'ਚ ਇੰਨਾ ਹੀ ਆ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਨਮਸਕਾਰ